ਹੈਲੋ ਡੀਅਰ ਸਟੂਡੈਂਟਸ। ਸੋ ਪੰਜਾਬ ਅਚੀਵਮੈਂਟ ਸਰਵੇ 8th ਪੈਸ ਰਿਵੀਜ਼ਨ ਟੈਸਟ ਜਿਹੜਾ 25 ਅਕਤੂਬਰ ਨੂੰ ਤੁਹਾਡਾ ਹੋਇਆ, ਠੀਕ ਹੈ। ਤਾਂ ਉਹਦੀ ਅੱਜ ਆਪਾਂ ਆਨਸਰ ਕੀ ਡਿਸਕਸ ਕਰਾਂਗੇ ਪੁੱਤਰ ਜੀ, ਠੀਕ ਹੈ। ਅਤੇ ਤੁਸੀਂ ਆਪਣੇ ਆਪਣੇ ਮਾਰਕਸ ਜੋੜਨੇ ਔਰ ਨਾਲ ਦੀ ਨਾਲ ਜੋੜ ਕੇ ਮੈਨੂੰ, ਠੀਕ ਹੈ, ਕਮੈਂਟ ਜ਼ਰੂਰ ਕਰਿਓ ਕਿ ਤੁਹਾਡੇ ਕਿੰਨੇ ਮਾਰਕਸ ਆਏ, ਠੀਕ ਹੈ। ਸੋ ਪਿਆਰੇ ਵਿਦਿਆਰਥੀਓ, ਆਓ, ਮੈਨੂੰ ਉਮੀਦ ਹੈ ਕਿ ਤੁਸੀਂ ਵਧੀਆ ਤਰੀਕੇ ਨਾਲ ਕੀਤਾ ਸੀਗਾ ਟੈਸਟ, ਹੈ ਨਾ। ਤੁਸੀਂ ਨਾਲ ਨਾਲ ਚੈੱਕ ਕਰਨਾ ਕਿ ਕਿੰਨਾ ਕੁ ਵਧੀਆ ਤੁਸੀਂ ਪੇਪਰ ਕੀਤਾ। ਸੋ ਪਹਿਲਾ ਪ੍ਰਸ਼ਨ ਤੁਹਾਡਾ ਪੁੱਤਰ ਸੀਗਾ, ਹੇਠ ਲਿਖਿਆਂ ਵਿੱਚੋਂ ਕਿਹੜਾ ਵਿਅੰਜਕ ਪਰਿਮੇਯ ਸੰਖਿਆਵਾਂ ਦੇ ਗੁਣਾਂ ਦੇ ਸਹਿਚਾਰਤਾ ਗੁਣ ਨੂੰ ਦਰਸਾਉਂਦਾ ਹੈ। ਵਿਚ ਆਫ ਦਾ ਫੋਲੋਇੰਗ ਐਕਸਪ੍ਰੈਸ਼ਨਸ ਸ਼ੋਜ਼ ਦੈਟ ਰੈਸ਼ਨਲ ਨੰਬਰਸ ਆਰ ਐਸੋਸੀਏਟਿਵ ਅੰਡਰ ਮਲਟੀਪਲੀਕੇਸ਼ਨ। ਪਰਿਮੇਯ ਸੰਖਿਆਵਾਂ ਦੇ ਗੁਣਾਂ ਦੇ ਸਹਿਚਾਰਤਾ ਗੁਣ ਨੂੰ, ਮਤਲਬ, ਠੀਕ ਹੈ, ਸਹਿਚਾਰਤਾ ਗੁਣ ਕੀ ਹੁੰਦਾ ਹੈਗਾ ਆਪਣੇ ਕੋਲੇ। ਐਸੋਸੀਏਟਿਵ ਪ੍ਰੋਪਰਟੀ ਕੀ ਹੁੰਦੀ ਹੈ। ਇਫ ਮਲਟੀਪਲਾਈ ਦੀ ਗੱਲ ਕੀਤੀ ਹੈ ਉਹਨੇ, ਏ ਮਲਟੀਪਲਾਈ ਬੀ ਮਲਟੀਪਲਾਈ ਸੀ, ਤਿੰਨ ਅੰਕਾਂ ਨੂੰ, ਤਿੰਨ ਸੰਖਿਆਵਾਂ ਨੂੰ ਗੁਣਾ ਕਰਨਾ ਹੈ ਆਪਾਂ, ਤਾਂ ਐਸੋਸੀਏਟਿਵ ਪ੍ਰੋਪਰਟੀ ਕੀ ਕਹਿੰਦੀ ਹੈ, ਜਾਂ ਤਾਂ ਤੁਸੀਂ ਪਹਿਲਾਂ ਕਹਿੰਦਾ ਬੀ ਅਤੇ ਸੀ ਨੂੰ ਪਹਿਲਾਂ ਗੁਣਾ ਕਰਕੇ ਬਾਅਦ 'ਚ ਜਿਹੜਾ ਆਨਸਰ ਆਊਗਾ ਉਹਨੂੰ ਨਾਲ ਗੁਣਾ ਕਰ ਦਿਓ, ਜਾਂ ਫਿਰ ਐਂ ਕਰ ਲਓ ਵੀ ਏ ਅਤੇ ਬੀ ਨੂੰ ਪਹਿਲਾਂ ਗੁਣਾ ਕਰ ਲਓ ਅਤੇ ਸੀ ਨਾਲ ਬਾਅਦ 'ਚ ਗੁਣਾ ਕਰ ਦਿਓ, ਕੋਈ ਫਰਕ ਨਹੀਂ ਪਏਗਾ, ਦੋਨੋਂ ਆਨਸਰ ਬਰਾਬਰ ਆਉਣਗੇ। ਦਿਸ ਇਜ਼ ਕਾਲਡ ਐਸੋਸੀਏਟਿਵ ਪ੍ਰੋਪਰਟੀ। ਤਾਂ ਇਸ ਅਕੋਰਡਿੰਗ ਦੇਖ ਲਓ ਤੁਸੀਂ ਕਿਹੜਾ ਆਪਸ਼ਨ ਤੁਹਾਡਾ ਲਿਖਿਆ ਗਿਆ ਹੈਗਾ, ਤਾਂ ਉਹੀ ਤੁਹਾਡਾ ਜਿਹੜਾ ਆਨਸਰ ਹੋਏਗਾ। ਤਾਂ ਪਹਿਲਾ ਹੀ ਆਪਸ਼ਨ ਇਹਦੇ ਵਾਂਗੂ ਲਿਖਿਆ ਗਿਆ ਹੈਗਾ। ਬਾਕੀ ਜਿਹੜੇ ਹੈਗਾ ਇਹ ਡਿਸਟਰੀਬਿਊਟਿਵ ਪ੍ਰੋਪਰਟੀ ਹੈ। ਸੈਕਿੰਡ ਇਹ ਜਿਹੜਾ ਹੈਗਾ ਆਪਣਾ ਕਰਮ ਵਟਾਂਦਰਾ ਗੁਣ ਹੋ ਗਿਆ, ਔਰ ਇਹ ਜਿਹੜਾ ਹੈਗਾ ਐਡੀਟਿਵ ਇਨਵਰਸ ਵਾਲੀ ਗੱਲ ਹੋ ਗਈ। ਤਾਂ ਫਸਟ ਜਿਹੜਾ ਹੈਗਾ ਰਾਈਟ ਆਪਸ਼ਨ ਆਪਣਾ ਬਣਦਾ ਹੈਗਾ। ਸੋ ਪ੍ਰਸ਼ਨ ਨੰਬਰ 2, ਸੰਖਿਆਵਾਂ ਦੇ ਦਿੱਤੇ ਪੈਟਰਨ 1 4 9 16 25 ਵਿੱਚ ਅਗਲੀਆਂ ਦੋ ਸੰਖਿਆਵਾਂ ਦਰਸਾਓ। ਇੱਕ ਗੱਲ ਪੁੱਤਰ ਹੋਰ, ਕਿ ਤੁਸੀਂ ਇਕੱਲੇ ਆਨਸਰ ਤੱਕ ਸੀਮਿਤ ਨਾ ਰਹੋ, ਜਿਹੜਾ ਤੁਹਾਨੂੰ ਮੈਂ ਸਮਝਾ ਰਿਹਾ ਨਾਲ ਨਾਲ ਕਨਸੈਪਟ ਵੀ ਸਮਝਣਾ ਆਪਾਂ, ਜਿਹੜਾ ਆਨਸਰ ਆ ਉਹ ਕਿਉਂ ਇਹਦਾ ਆਨਸਰ ਆਇਆ, ਠੀਕ ਹੈ। ਤਾਂ ਨੈਕਸਟ ਟਾਈਮ ਤੁਸੀਂ ਜਿਹੜਾ ਹੈਗਾ ਗਲਤੀ ਨਹੀਂ ਕਰੋਗੇ। ਸੋ ਸੈਕਿੰਡ ਹੈ, ਇੱਕ ਤੁਹਾਨੂੰ ਪੈਟਰਨ ਦਿੱਤਾ ਗਿਆ 1 4 9 16 25। ਇਹ ਸੰਖਿਆਵਾਂ 'ਚ ਕੀ ਪੈਟਰਨ ਆ ਦੇਖੋਗੇ ਤੁਸੀਂ। ਇੱਕ ਜਿਹੜਾ ਦੇਖੋਗੇ ਤੁਸੀਂ, 1 ਦਾ ਵਰਗ ਹੈਗਾ, 4 ਕੀ ਦਾ 2 ਦਾ ਵਰਗ ਹੈਗਾ, ਠੀਕ ਹੈ, ਅਤੇ 9 3 ਦਾ ਵਰਗ ਹੋ ਗਿਆ, ਠੀਕ ਹੈ, 16 ਹੋ ਗਿਆ 4 ਦਾ ਵਰਗ, 25 ਹੋ ਗਿਆ 5 ਦਾ ਵਰਗ। ਤਾਂ ਉਸ ਤੋਂ ਅੱਗੇ ਕੀ ਆਏਗਾ, 6 ਦਾ ਵਰਗ ਆਏਗਾ। ਸੋ 6 ਦਾ ਵਰਗ ਕੀ ਆਏਗਾ 36 ਅਤੇ 7 ਦਾ ਵਰਗ ਕਿੰਨਾ ਆਏਗਾ 49। ਇਟ ਮੀਨ 36 ਅਤੇ 49 ਜਿਹੜਾ ਹੈਗਾ ਆਪਣੇ ਕੋਲ ਦੋ ਸੰਖਿਆਵਾਂ ਆਉਣਗੀਆਂ। 6 ਦਾ ਵਰਗ ਅਤੇ 7 ਦਾ ਵਰਗ, 36 ਅਤੇ 49, ਯਾਨੀ ਆਪਸ਼ਨ 2। ਕਲੀਅਰ ਹੈ, ਪਤਾ ਲੱਗ ਗਿਆ ਨਾ। ਵੈਰੀ ਇੰਪੋਰਟੈਂਟ ਜਿਹੜਾ ਹੈਗਾ ਸੀਰੀਜ਼ ਆ, ਤੁਹਾਨੂੰ ਜਿਹੜਾ ਅਕਸਰ ਪੁੱਛੀ ਜਾਂਦੀ ਹੈ ਇਹ। ਹਾਂਜੀ, ਪ੍ਰਸ਼ਨ ਨੰਬਰ 3 ਆਪਣੇ ਕੋਲ ਅਸੀਂ ਬੇਟਾ, ਹਾਊ ਮੈਨੀ ਮੋਰ ਹਾਊਸਿਸ ਹੈਵ ਐਨ ਏਰੀਆ ਬਿਟਵੀਨ 150 ਸਕੁਅਰ ਕਿਲੋਮੀਟਰ ਤੋਂ 200 ਸਕੁਅਰ ਕਿਲੋਮੀਟਰ, ਅਤੇ 250 ਤੋਂ 300 ਸਕੁਅਰ ਕਿਲੋਮੀਟਰ ਵਾਲੇ ਜਿਹੜਾ ਹੈਗਾ ਉਹਦੇ ਬਿਟਵੀਨ ਕਿੰਨਾ ਏਰੀਆ ਹੈਗਾ ਆਪਾਂ ਲੱਭਣਾ ਹੈਗਾ ਵਾ। ਸਮਝ ਲੱਗ ਗਈ। ਥੱਲੇ ਤੁਹਾਨੂੰ ਜਿਹੜਾ ਹੈਗਾ ਵਰਗ ਇੱਕ ਗ੍ਰਾਫ ਦਿੱਤਾ ਹੋਇਆ ਹੈਗਾ, ਤਾਂ ਇਸ ਗ੍ਰਾਫ ਨੂੰ ਧਿਆਨ ਨਾਲ ਪੜ੍ਹਨਾ ਹੈਗਾ। ਦੇਖੋ ਉਹਨੇ ਕਿਹੜੇ ਪੁੱਛੇ, 150 ਤੋਂ 200 ਵਾਲਾ, ਤਾਂ 150 ਤੋਂ 200 ਵਾਲੀ ਹੋ ਗਈ ਆਹ ਵਾਲੀ ਇਮਾਰਤ ਆਪਣੇ ਕੋਲ। ਫਿਰ ਪੁੱਛੀ ਉਹਨੇ 250 ਤੋਂ 300 ਵਾਲੀ, ਤਾਂ 250 ਤੋਂ 300 ਵਾਲੀ ਲਾਸਟ ਵਾਲੀ ਦੇਖ ਲਓ ਇਮਾਰਤ ਆਪਣੇ ਕੋਲ, 150 ਤੋਂ 300 ਸੌਰੀ 250 ਤੋਂ 300 ਨਾ। ਤਾਂ ਇਹਦੇ ਵਿੱਚ ਕਿੰਨੇ ਘਰਾਂ ਦਾ ਅੰਤਰ ਆਪਾਂ ਲੱਭਣਾ ਹੈਗਾ। ਤਾਂ ਤੁਸੀਂ ਦੇਖੋਗੇ ਇਹਦੇ ਵਿੱਚ ਕਿੰਨੇ ਆ, 150 ਤੋਂ 200 ਆਪਣੇ ਕੋਲ ਦੇਖੋਗੇ 8 ਅਤੇ 1 9, ਕਿੰਨੇ ਬਣਦੇ ਇੱਥੇ 9। ਅਤੇ ਇਹਦੇ ਵਿੱਚ ਕਿੰਨੇ ਹੈਗੇ ਆ 0 ਅਤੇ 1, ਇੱਕ ਘਰ ਹੀ ਬਣਦਾ ਦੇਖ ਲਓ ਇੱਥੋਂ, ਤਾਂ 1 ਬਣ ਗਿਆ। ਤਾਂ ਇਹਨਾਂ ਦਾ ਅੰਤਰ ਕਿੰਨਾ ਹੈ ਪੁੱਛਿਆ ਉਹਨੇ, ਤਾਂ 9 - 1 ਕਿੰਨਾ ਬਣ ਜਾਏਗਾ ਆਪਣੇ ਕੋਲ 8। ਡਿਫਰੈਂਸ ਕਿੰਨਾ ਆ ਜਾਏਗਾ 8 ਆ ਜਾਏਗਾ, ਠੀਕ ਹੈ। ਰਾਈਟ ਆਪਸ਼ਨ 8 ਆਰਸ ਹਾਊਸਿਸ। ਸਵਾਲ ਨੰਬਰ 4, Ram put some buttons on the table. There were 4 blue, 7 red, 3 black and 6 white buttons in all. ਤਾਂ ਟੋਟਲ ਕਿੰਨੇ ਹੋ ਗਏ ਪਹਿਲਾਂ ਗਿਣ ਲਓ ਆਪਣੇ ਕੋਲ, ਟੋਟਲ ਬਟਨ ਕਿੰਨੇ ਹੋ ਗਏ 4 7 3 ਅਤੇ 6, ਜੋੜ ਲਓ ਕਿੰਨੇ ਬਣ ਗਏ 4 7 11 3 14 6, ਟੋਟਲ ਬਣ ਗਏ ਆਪਣੇ ਕੋਲ 20 ਬਟਨ ਬਣ ਗਏ, ਠੀਕ ਹੈ 20। ਤਾਂ ਪੁੱਛਿਆ ਕੀ ਉਹਨੇ, ਪੁੱਛਿਆ ਆਪਾਂ ਨੂੰ ਹੈਗਾ ਉਹਨੇ, all of the sudden a cat jumped on the table and knocked out one button on the floor. ਇੱਕ ਬਟਨ ਨੀਚੇ ਡਿੱਗਿਆ। what is the probability that the button on the floor is blue? ਇਹ ਕੀ ਸੰਭਾਵਨਾ ਕਿ ਡਿੱਗਿਆ ਹੋਇਆ ਬਟਨ ਜਿਹੜਾ ਹੈਗਾ ਨੀਲਾ ਹੋਵੇ। ਤਾਂ ਨੀਲੇ ਬਟਨ ਕਿੰਨੇ ਸੀ ਆਪਣੇ ਕੋਲ, ਬਲੂ ਬਟਨਸ ਕਿੰਨੇ ਹੈਗੇ ਸੀ ਆਪਣੇ ਕੋਲ 4, ਇਹਨਾਂ ਵਿੱਚੋਂ ਇੱਕ ਡਿੱਗਿਆ। ਟੋਟਲ ਕਿੰਨੇ ਸੀ 20, ਠੀਕ ਹੈ। ਰਾਈਟ ਆਪਸ਼ਨ ਕੀ ਬਣ ਗਿਆ ਆਪਣੇ ਕੋਲ, ਦੇਖ ਲਓ ਤੁਸੀਂ। ਰਾਈਟ ਆਪਸ਼ਨ ਪੁੱਤਰ ਕੀ ਬਣ ਗਿਆ ਆਪਣੇ ਕੋਲ, ਦੇਖੋ 4 ਸੀ ਆਪਣੇ ਕੋਲ, ਠੀਕ ਹੈ। ਤਾਂ 4 ਬਲੂ ਹੋ ਗਏ, ਟੋਟਲ ਕਿੰਨੇ ਬਣੇ ਸੀ ਆਪਣੇ ਕੋਲ 20। ਤਾਂ ਸੋਲਵ ਕਰ ਲਓ, 4/20 ਕਿੰਨਾ ਬਣ ਗਿਆ 1/5। ਤਾਂ 1/5 ਆਪਸ਼ਨ ਦੇਖ ਲਓ ਤੁਹਾਡੇ ਕੋਲ, ਆਪਸ਼ਨ 3 ਪਿਆ ਹੈਗਾ ਰਾਈਟ ਆਨਸਰ 1/5, ਠੀਕ ਹੈ। ਅਗਲਾ ਪ੍ਰਸ਼ਨ ਸੀ ਪ੍ਰਸ਼ਨ ਨੰਬਰ 5, ਦਿੱਤੇ ਹੋਏ ਪਹੀਏ ਨੂੰ ਘੁਮਾਉਣ 'ਤੇ
देखो एक गेम आ, तुसीं खेडदे होने, ठीक है। ये तो घुमाउण ते सूचक दे जिहड़ा अपना तीर दा निशान लग्गिਆ हैगा, ਇਹ जी ਤੇ ਰੁਕਣ ਦੀ ਸੰਭਾਵਨਾ ਪਤਾ ਕਰੋ। ਜੇ ਆਪਾਂ ਘੁਮਾਵਾਂਗੇ ਤਾਂ ਕੀ ਪ੍ਰੋਬੇਬਿਲਿਟੀ ਹੈਗੀ ਹੈ ਇਹ जी ਤੇ ਆ ਕੇ ਰੁਕੇ, ਠੀਕ ਹੈ। ਤਾਂ जी ਦੇਖ ਲਓ ਤੁਹਾਡੇ ਕੋਲੇ जी ਵਾਲੇ ਕਿੰਨੇ ਪੁਆਇੰਟਸ ਹੈਗੇ ਇੱਥੇ, ਦੇਖੋ 1 2 3 4 5, ਤਾਂ ਕਿਤੇ ਵੀ ਰੁਕ ਸਕਦਾ। ਸਾਰੇ जी ਹੈਗੇ 5, ਤਾਂ 5 ਆਪਣੇ ਕੋਲੇ ਜਿਹੜੇ ਪੁੱਛੇ ਆਉਣੇ ਉਹਦੇ ਅਕੋਰਡਿੰਗ ਕਿੰਨੇ ਹੈਗੇ ਆ 5। ਤਾਂ ਟੋਟਲ ਕਿੰਨੇ ਸੀ ਇਹ ਦੇਖ ਲਓ, ਸਾਰੇ ਕਿੰਨੇ ਖਾਨੇ ਹੈਗੇ ਆਪਣੇ ਕੋਲੇ 8 ਖਾਨੇ ਹੈਗੇ ਆ, ਤਾਂ 5/8 ਆਪਣਾ ਰਾਈਟ ਆਪਸ਼ਨ ਬਣ ਜਾਏਗਾ। ਸਮਝ ਲੱਗ ਗਈ। ਸੰਭਾਵਨਾ ਦਾ ਫਾਰਮੂਲਾ ਕੀ ਹੁੰਦਾ, ਅਨੁਕੂਲ परिणाम बटे कुल परिणाम। ਇਹ ਫਾਰਮੂਲਾ ਸਿੱਖਣਾ ਹੈਗਾ, ਸਵਾਲ ਜਿਹੜਾ ਮਰਜ਼ੀ ਆ ਜੇ ਤੁਸੀਂ ਈਜ਼ੀਲੀ ਕਰ ਸਕਦੇ ਹੋ ਸੰਭਾਵਨਾ ਦਾ ਸਵਾਲ। ਸੋ ਇਹ ਸੀ ਮੈਥ ਦੇ 5 ਸਵਾਲ ਬੇਟਾ ਜੀ ਆਪਣੇ ਕੋਲ। ਅਗਲੇ ਅੱਗੇ ਆਪਣੇ ਕੋਲੇ ਸਾਇੰਸ, ਵੈਰੀ ਇੰਟਰਸਟਿੰਗ ਕੁਐਸਚਨ ਸਾਇੰਸ ਦੇ, ਠੀਕ ਹੈ। ਰਮਨ ਨੇ ਅੱਜ ਵਿਗਿਆਨ ਦੇ ਪੀਰੀਅਡ ਵਿੱਚ 2 ਚੁੰਬਕਾਂ ਦੇ ਉੱਤਰੀ ਧਰੁਵਾਂ ਨੂੰ, ਨਾਰਥ ਜਿਹੜੇ ਹੈਗੇ ਉਹਦੇ ਪੋਲਸ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ, ਤਾਂ ਦੇਖਿਆ ਕਿ ਉਹ ਇੱਕ ਦੂਜੇ ਨੂੰ ਅਪਕਰਸ਼ਿਤ ਕਰਦੇ ਹਨ, ਮਤਲਬ ਧਕੇਲਦੇ ਹਨ, ਠੀਕ ਹੈ। ਇੱਕ ਦੂਜੇ ਨੂੰ ਨੇੜੇ ਨਹੀਂ ਆਉਂਦੇ ਉਹ, ਤੁਸੀਂ ਦੇਖਿਆ ਹੋਊਗਾ। ਤਾਂ ਉਹ ਚੁੰਬਕ ਇੱਕ ਦੂਜੇ ਨੂੰ ਭਜਾਉਂਦੇ ਆ, ਠੀਕ ਹੈ। ਤਾਂ ਤੁਸੀਂ ਗੇਮ ਵੀ ਖੇਡਦੇ ਰਹੇ ਆ, ਠੀਕ ਹੈ। ਉਹ ਇੱਕ ਦੂਜੇ ਨੂੰ ਅਪਕਰਸ਼ਿਤ ਕਰਦੇ ਹਨ। ਇਹ ਡੈਸ਼ ਬਲ ਦੀ ਉਦਾਹਰਣ ਹੈ। ਤਾਂ ਕਿਹੜਾ ਬਲ ਹੈ ਜਿਹੜਾ ਇੱਕ ਦੂਜੇ ਨੂੰ ਧਕੇਲਦਾ ਹੈ, ਉਹ ਬਲ ਹੈ ਆਪਣੇ ਕੋਲੇ ਅਸੰਪਰਕ ਬਲ, ਯਾਨੀ ਕਿ ਨੌਨ ਕੰਟੈਕਟ ਫੋਰਸ, ਜਿਹਨੂੰ ਆਪਾਂ ਜਿਹੜਾ ਇੱਕ ਦੂਜੇ ਨੂੰ ਧਕੇਲਦਾ ਹੈ। ਪ੍ਰਸ਼ਨ ਨੰਬਰ 7 ਸੀ ਬੇਟਾ, ਆਸ਼ੀਸ਼ ਨੇ ਸੁਣਿਆ ਸੀ ਕਿ ਨਮਕ ਅਤੇ ਤੇਲ ਨੂੰ ਪਰਿਰੱਖਿਅਕ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਮਤਲਬ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਦੇ ਲਈ, ਪਰ ਜੈਮ ਅਤੇ ਸਕੁਐਸ਼ ਦੀ ਬੋਤਲ 'ਤੇ ਕੁਝ ਹੋਰ ਪਰਿਰੱਖਿਅਕ ਦਾ ਨਾਂ ਲਿਖਿਆ ਹੋਇਆ ਸੀ, ਠੀਕ ਹੈ। ਉੱਤੇ ਪ੍ਰੀਜ਼ਰਵੇਟਿਵਸ ਲਿਖੇ ਹੁੰਦੇ ਨਾ ਬੋਤਲਾਂ 'ਤੇ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਵਿੱਚ ਕਿਸ ਪਰਿਰੱਖਿਅਕ ਦੀ ਵਰਤੋਂ ਕੀਤੀ ਜਾਂਦੀ ਹੈ? ਕੈਨ ਯੂ ਟੈਲ ਵਿਚ ਪ੍ਰੀਜ਼ਰਵੇਟਿਵ ਇਜ਼ ਯੂਜ਼ਡ ਇਨ ਦੈਮ। ਇਹਨਾਂ ਵਿੱਚ ਕਿਹੜਾ ਪ੍ਰੀਜ਼ਰਵੇਟਿਵ ਵਰਤਿਆ ਜਾਂਦਾ, ਠੀਕ ਹੈ। ਇਹਨਾਂ ਵਿੱਚ ਜੈਮ ਦੇ ਵਿੱਚ ਹੋ ਗਿਆ, ਜਾਂ ਜਿਹੜੇ ਹੈਗੇ ਆਪਣੇ ਕੋਲੇ ਜੂਸ ਜਾਂ ਜੈਮ ਦੇ ਡੱਬੇ ਹੈਗੇ ਆ, ਠੀਕ ਹੈ। ਤਾਂ ਇਹਨਾਂ ਵਿੱਚ ਪ੍ਰੀਜ਼ਰਵੇਟਿਵ ਦੇ ਤੌਰ 'ਤੇ ਸੋਡੀਅਮ ਬੈਂਜ਼ੋਏਟ ਨੂੰ ਵਰਤਿਆ ਜਾਂਦਾ ਬੇਟਾ ਜੀ, ਠੀਕ ਹੈ। ਯਾਦ ਰੱਖਣਾ ਕਿ ਪਰਿਰੱਖਿਅਕ ਦੇ ਤੌਰ 'ਤੇ ਸੋਡੀਅਮ ਬੈਂਜ਼ੋਏਟ ਨੂੰ ਵਰਤਿਆ ਜਾਂਦਾ ਜੀ। ਪ੍ਰਸ਼ਨ ਨੰਬਰ 8, ਅੰਕਿਤਾ ਨੇ ਆਪਣੀ ਮਾਤਾ ਜੀ ਨੂੰ ਰਸੋਈ ਵਿੱਚ ਚੁੱਲ੍ਹਾ ਬਾਲਦੇ ਸਮੇਂ ਦੇਖਿਆ ਕਿ ਮਿੱਟੀ ਦੇ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰਨ 'ਤੇ ਇਹ ਅੱਗ ਫੜ ਲੈਂਦਾ ਹੈ, ਠੀਕ ਹੈ, ਪਰ ਲੱਕੜ ਜਿਹੜੀ ਹੈ ਅੱਗ ਨਹੀਂ ਫੜਦੀ। ਅਜਿਹਾ ਕਿਉਂ? ਤਾਂ ਇਹਦਾ ਬੇਟਾ ਇੱਕ ਸਾਇੰਟੀਫਿਕ ਰੀਜ਼ਨ ਹੈ ਕਿ ਜਿਹੜਾ ਮਿੱਟੀ ਦਾ ਤੇਲ ਲੱਕੜ ਨਾਲੋਂ ਜਲਦੀ ਤੇ ਅੱਗ ਫੜ ਲੈਂਦਾ। ਕਿਉਂ? ਕਿਉਂਕਿ ਲੱਕੜੀ ਦਾ ਜਿਹੜਾ ਪ੍ਰਜਲਨ ਤਾਪਮਾਨ ਹੁੰਦਾ ਹੈਗਾ ਮਿੱਟੀ ਦੇ ਤੇਲ ਨਾਲੋਂ ਜ਼ਿਆਦਾ ਹੁੰਦਾ ਹੈ, ਤਾਂ ਕਰਕੇ ਉਸ ਨੂੰ ਛੇਤੀ ਅੱਗ ਨਹੀਂ ਲੱਗਦੀ। ਸਮਝ ਲੱਗ ਗਈ ਨਾ। ਦ ਇਗਨੀਸ਼ਨ ਟੈਂਪਰੇਚਰ ਆਫ ਵੁੱਡ ਇਜ਼ ਹਾਇਰ ਦੈਨ ਦੈਟ ਆਫ ਕੈਰੋਸਿਨ। ਆਪਸ਼ਨ ਏ ਰਾਈਟ ਆਨਸਰ ਸੀਗਾ ਇਹਦਾ ਆਪਣੇ ਕੋਲ। ਪ੍ਰਸ਼ਨ ਨੰਬਰ 9, ਅਮਨ ਨੇ ਅੱਜ ਪੌਦਾ ਸੈੱਲ ਅਤੇ ਜੰਤੂ ਸੈੱਲ ਬਾਰੇ ਜਾਣਿਆ, ਪਰੰਤੂ ਦੋਨਾਂ ਵਿੱਚ ਅੰਤਰ ਕਰਨ ਸਮੇਂ ਉਸ ਨੂੰ ਸਮਝ ਨਹੀਂ ਆਈ ਕਿ ਤੁਸੀਂ ਉਸ ਦੀ ਸਹੀ ਮਿਲਾਨ ਕਰਨ ਵਿੱਚ ਮਦਦ ਕਰ ਸਕਦੇ ਹੋ। ਅਤੇ ਕੀ ਅੰਤਰ ਹੈ ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ, ਆਪਾਂ ਦੇਖਣਾ ਸੀਗਾ। ਤਾਂ ਇੱਥੇ ਜਿਹੜਾ ਹੈਗਾ ਡਿਫਰੈਂਸ ਕੀ ਹੈ, ਪੌਦਾ ਸੈੱਲ ਵਿੱਚ ਕਲੋਰੋਪਲਾਸਟ ਹੁੰਦਾ ਹੈਗਾ, ਜੰਤੂ ਸੈੱਲ ਵਿੱਚ ਨਹੀਂ ਹੁੰਦਾ। ਸੈੱਲ ਕੰਧ ਵੀ ਜਿਹੜੀ ਪੌਦਾ ਸੈੱਲ ਵਿੱਚ ਹੁੰਦੀ ਹੈ, ਜੰਤੂ ਸੈੱਲ ਵਿੱਚ ਨਹੀਂ ਹੁੰਦੀ। ਇਹ ਤੁਸੀਂ ਜਿਹੜਾ ਹੈਗਾ ਧਿਆਨ ਨਾਲ ਸਮਝਣਾ ਬੇਟਾ ਜੀ, ਇਹਦਾ ਡਿਫਰੈਂਸ ਸੀਗਾ। ਪ੍ਰਸ਼ਨ ਨੰਬਰ 10, ਸਾਇੰਸ ਦਾ ਆਖਰੀ ਪ੍ਰਸ਼ਨ, 4 ਵਿਦਿਆਰਥੀ ਹੇਠਾਂ ਵਿਖਾਈ ਕਿਰਿਆ ਨੂੰ ਵੱਖ-ਵੱਖ ਦਰਵ ਨਾਲ ਕਰਦੇ ਹਨ। ਰਾਕੇਸ਼ ਨਿੰਬੂ ਦੇ ਰਸ ਨਾਲ, ਰਮੇਸ਼ ਸਿਰਕੇ ਨਾਲ, ਸੁਰੇਸ਼ ਕਸ਼ੀਦਤ ਪਾਣੀ ਨਾਲ, ਰਾਧਿਕਾ ਲੂਣ ਘੋਲੇ ਪਾਣੀ ਨਾਲ ਇਹ ਕਿਰਿਆ ਕਰ ਰਹੇ ਹੈਗੇ ਆ। ਕਿਸ ਵਿਦਿਆਰਥੀ ਨੂੰ ਚੁੰਬਕੀ ਸੂਈ ਵਿੱਚ ਵਿਖੇਪਨ ਵਿਖਾਈ ਨਹੀਂ ਦੇਵੇਗਾ? ਇਹਨਾਂ ਵਿੱਚੋਂ ਕਿਹੜੀ ਚੀਜ਼ ਨਾਲ ਜਿਹੜਾ ਹੈਗਾ ਚੁੰਬਕੀ ਸੂਈ ਵਿੱਚ ਵਿਖੇਪਨ ਨਹੀਂ ਦਿਖੇਗਾ, ਯਾਨੀ ਕਿ ਮੈਗਨੈਟਿਕ ਡਿਸਪਲੇਸਮੈਂਟ ਤੁਹਾਨੂੰ ਨਹੀਂ ਦਿਖੇਗੀ। ਕਿਹਦੇ ਵਿੱਚ ਨਹੀਂ ਦਿਖੇਗੀ? ਰਾਕੇਸ਼ ਵਾਲੇ ਘੋਲ ਦੇ ਵਿੱਚ, ਰਮੇਸ਼ ਵਾਲੇ 'ਚ, ਜਾਂ ਸੁਰੇਸ਼ ਵਾਲੇ 'ਚ। ਤਾਂ ਸੁਰੇਸ਼ ਜਿਹੜਾ ਹੈਗਾ ਆਪਣਾ ਜਿਹੜਾ ਕਰ ਰਿਹਾ ਸੀਗਾ ਕਾਹਦੇ ਨਾਲ, ਕਸ਼ੀਦਤ ਦੇ ਪਾਣੀ ਨਾਲ ਕਰ ਰਿਹਾ ਸੀ, ਉਹਦੇ ਵਿੱਚ ਜਿਹੜਾ ਹੈਗਾ ਡਿਸਪਲੇਸਮੈਂਟ ਤੁਹਾਨੂੰ ਦਿਖਾਈ ਨਹੀਂ ਦੇਗੀ। ਰਾਈਟ ਆਪਸ਼ਨ ਸੁਰੇਸ਼ ਸੀਗਾ ਇਹਦਾ। ਅਗਲਾ ਸੀ ਬੇਟਾ ਆਪਣੇ ਕੋਲੇ ਇੰਗਲਿਸ਼। ਤੁਹਾਨੂੰ ਇੱਕ ਡਾਇਲੋਗਸ ਗਿਵਨ ਹੈਗੇ, ਇਹਨਾਂ ਧਿਆਨ ਨਾਲ ਪੜ੍ਹਨਾ ਹੈਗਾ ਔਰ ਪ੍ਰਸ਼ਨਾਂ ਦੇ ਆਨਸਰ ਦੇਣੇ ਹੈਗੇ ਆ। ਤਾਂ ਪ੍ਰਸ਼ਨ ਤੁਹਾਡੇ ਸਾਹਮਣੇ ਹੈ। ਚਿਨੂ ਕਹਿੰਦਾ ਹੈਗਾ, ਕੁਡ ਆਈ ਹੈਵ ਸਮ ਇਨਫੋਰਮੇਸ਼ਨ ਅਬਾਊਟ ਯੂ ਐਂਡ ਅਦਰ ਮੈਂਬਰਸ ਆਫ ਯੂਰ ਫੈਮਿਲੀ। ਚਿਨੂ ਪੁੱਛ ਰਿਹਾ, ਠੀਕ ਹੈ, ਰੀਟਾ ਤੋਂ। ਤਾਂ ਰੀਟਾ ਆਨਸਰ ਦੇ ਰਹੀ ਹੈ, ਸਰਟਨਲੀ ਯੈਸ ਆਈ ਵਿਲ ਬੀ ਗਲੈਡ ਟੂ ਟੈਲ ਯੂ ਐਨੀਥਿੰਗ ਯੂ ਆਸਕ। ਮੈਨੂੰ ਖੁਸ਼ੀ ਹੋਏਗੀ ਦੱਸ ਕੇ। ਚਿਨੂ ਕਹਿੰਦਾ, ਫਸਟ ਆਫ ਆਲ ਪਲੀਜ਼ ਟੈਲ ਮੀ ਵਟ ਯੂ ਵਾਂਟ ਟੂ ਬਿਕਮ ਵੈਨ ਯੂ ਗਰੋ ਅਪ। ਤੁਸੀਂ ਕੀ ਬਣਨਾ ਚਾਹੁੰਦੇ ਹੋ? ਰੀਟਾ ਕਹਿੰਦੀ, ਮਾਈ ਹਾਰਟ ਲਾਈਜ਼ ਇਨ ਟੀਚਿੰਗ। ਮੇਰਾ ਦਿਲ ਤਾਂ ਕਹਿੰਦੀ ਟੀਚਿੰਗ ਪਸੰਦ ਕਰਦਾ ਹੈ। ਸੋ ਚਿਨੂ, ਵੈਲ ਆਰ ਯੂਰ ਪੇਰੈਂਟਸ ਇਨ ਫੇਵਰ ਆਫ ਯੂਰ ਚੋਇਸ? ਕੀ ਤੁਹਾਡੇ ਮਾਤਾ ਪਿਤਾ ਨੂੰ ਇਹ ਚੀਜ਼ ਪਸੰਦ ਆ? ਰੀਟਾ ਕਹਿੰਦੀ, ਓ ਯੈਸ ਦੇ ਦੈਮਸੈਲਵ ਆਰ ਟੀਚਰਸ। ਉਹ ਵੀ ਤਾਂ ਟੀਚਰ ਹੈ। ਸ਼ੀਨੂ ਕਹਿੰਦੀ, ਆਰ ਦੇ ਸਕੂਲ ਔਰ ਕਾਲਜ ਟੀਚਰ? ਵੀ ਉਹ ਸਕੂਲ ਟੀਚਰ ਆ ਜਾਂ ਕਾਲਜ ਟੀਚਰ ਆ?
ਰੀਟਾ ਸੇਜ਼ ਪਾਪਾ ਟੀਚਿਜ਼ ਇਨ ਸਕੂਲ, ਮੰਮੀ ਇਜ਼ ਇਨ ਕਾਲਜ। ਪਾਪਾ ਸਕੂਲ 'ਚ ਟੀਚ ਕਰਦੇ ਆ, ਮੰਮੀ ਕਾਲਜ ਟੀਚ ਕਰਦੇ ਹੈਗੇ ਆ। ਸ਼ਿਨੂ ਕੁਆਇਟ ਇੰਟਰਸਟਿੰਗ, ਜਨਰਲੀ ਇਟ ਇਜ਼ ਦਾ ਅਦਰ ਵੇ। ਵੈਰੀ ਇੰਟਰਸਟਿੰਗ ਗੱਲ ਹੈਗੀ ਆ। ਰੀਟਾ ਬਟ ਪਾਪਾ ਇਜ਼ ਸਟਿਲ ਗ੍ਰੇਟਰ ਦੈਨ ਮੰਮੀ, ਬਟ ਪਾਪਾ ਫਿਰ ਵੀ ਜਿਹੜੇ ਹੈਗੇ ਆ ਮੰਮੀ ਨਾਲੋਂ ਵੱਡੇ ਆ। ਸ਼ਿਨੂ ਵਟ ਡੂ ਯੂ ਮੀਨ, ਕੀ ਮਤਲਬ ਤੇਰਾ? ਰੀਟਾ ਕਹਿੰਦੀ ਆਈ ਹੈਵ ਬੀਨ ਟੋਲਡ ਦੈਟ ਮੰਮੀ ਵਾਜ਼ ਜਸਟ ਮੈਟ੍ਰਿਕੂਲੇਟ ਵੈਨ ਸ਼ੀ ਮੈਰਿਡ। ਮੈਨੂੰ ਪਤਾ ਲੱਗਿਆ ਕਿ ਜਦੋਂ ਮੰਮੀ ਦੀ ਮੈਰਿਜ ਹੋਈ ਤਾਂ ਮੰਮੀ ਉਦੋਂ ਸਿਰਫ ਮੈਟ੍ਰਿਕੂਲੇਟ ਮਤਲਬ 10ਵੀਂ ਪਾਸ ਸੀਗੇ। ਇਟ ਇਜ਼ ਪਾਪਾ ਹੂ ਇੰਸਪਾਇਰਡ ਹਰ ਟੂ ਸਟੱਡੀ ਫਰਦਰ, ਤਾਂ ਪਾਪਾ ਨੇ ਉਸ ਨੂੰ ਹੋਰ ਪੜ੍ਹਨ ਲਈ ਪ੍ਰੇਰਿਤ ਕੀਤਾ। ਇੰਸਪਾਇਰਡ ਮਤਲਬ ਮੋਟੀਵੇਟ ਕੀਤਾ। ਐਂਡ ਟੂਡੇ ਸ਼ੀ ਇਜ਼ ਅ ਲੈਕਚਰਰ, ਅਤੇ ਅੱਜ ਉਹ ਲੈਕਚਰਰ ਲੱਗੇ ਹੋਏ ਹੈਗੇ ਆ। ਵੈਰੀ ਗੁੱਡ। ਸ਼ਿਨੂ ਕਹਿੰਦੀ ਗੁੱਡ। ਵਾਟਸ ਹਰ ਸਬਜੈਕਟ, ਉਹਦਾ ਸਬਜੈਕਟ ਕੀ ਹੈਗਾ? ਤਾਂ ਰੀਟਾ ਕਹਿੰਦੀ ਸ਼ੀ ਟੀਚਿਜ਼ ਇੰਗਲਿਸ਼। ਸ਼ਿਨੂ ਓ ਰੀਅਲੀ। So this was the conversation between Shinu and Rita. So now question number 11. What is Rita's aim in life? Rita ਕੀ ਬਣਨਾ ਚਾਹੁੰਦੀ ਸੀ? ਪੜ੍ਹਿਆ ਸੀ ਆਪਾਂ, ਹੁਣ ਦੱਸੋ ਫਟਾਫਟ ਆਨਸਰ। ਟੀਚਰ, ਠੀਕ ਹੈ। Why are Rita's parents supporting her? ਉਸਦੇ ਪੇਰੈਂਟਸ ਉਸਨੂੰ ਕਿਉਂ ਸਪੋਰਟ ਕਰਦੇ ਸੀਗੇ? ਬਿਕੋਜ਼ ਦੇ ਆਰ ਫਰੋਮ ਦਾ ਸੇਮ ਪ੍ਰੋਫੈਸ਼ਨ, ਉਹ ਵੀ ਤਾਂ ਟੀਚਰ ਹੀ ਸੀਗੇ, ਠੀਕ ਹੈ। ਕੁਐਸਚਨ ਨੰਬਰ 13. ਵਟ ਵਾਜ਼ ਰੀਟਾਜ਼ ਮਦਰਜ਼ ਕੁਆਲੀਫਿਕੇਸ਼ਨ ਐਟ ਦ ਟਾਈਮ ਆਫ ਆਰ ਵੈਡਿੰਗ? ਵਿਆਹ ਵੇਲੇ ਰੀਟਾ ਦੀ ਮਾਤਾ ਦੀ ਕੀ ਕੁਆਲੀਫਿਕੇਸ਼ਨ ਸੀ? ਤਾਂ ਉਹ 10ਵੀਂ ਪਾਸ ਸੀ, 10th ਪਾਸ, ਜਿਹਨੂੰ ਮੈਟ੍ਰਿਕੂਲੇਟ ਕਹਿੰਦੇ ਆਪਾਂ, ਠੀਕ ਹੈ। ਪ੍ਰਸ਼ਨ ਨੰਬਰ 14. ਵਟ ਇਜ਼ ਦਾ ਮੀਨਿੰਗ ਆਫ ਦ ਵਰਡ ਇੰਸਪਾਇਰ? ਇੰਸਪਾਇਰ ਵਰਡ ਦਾ ਮੀਨਿੰਗ ਕੀ ਹੈਗਾ? ਟੂ ਮੋਟੀਵੇਟ, ਉਤਸ਼ਾਹਿਤ ਕਰਨਾ, ਠੀਕ ਹੈ, ਪ੍ਰੇਰਿਤ ਕਰਨਾ। ਵਟ ਇਜ਼ ਰੀਟਾਜ਼ ਮਦਰ ਬਾਏ ਪ੍ਰੋਫੈਸ਼ਨ? ਤਾਂ ਰੀਟਾ ਦੀ ਮਦਰ ਬਾਏ ਪ੍ਰੋਫੈਸ਼ਨ ਕੀ ਸੀ ਬਈ? ਸ਼ੀ ਵਾਜ਼ ਐਨ ਲੈਕਚਰਰ, ठीक है। नाउ हिंदी पे आ जाओ बेटा जी। निम्नलिखित शब्दों में से किस शब्द में र स्वर का प्रयोग किया गया है? ये आपने बताना है, ठीक है। ये प्रश्न आपके लिए है, आपने बताना है। प्रश्न नंबर 16 का आंसर कमेंट में, ठीक है। प्रश्न नंबर 17. वर्तनी के अनुसार शुद्ध शब्द चुनो। इनमें से हृदय शब्द को कैसे शुद्ध रूप में लिखा जाता है? हृदय, तो हृदय का शुद्ध रूप है पहला। प्रश्न नंबर 18. निम्नलिखित विकल्पों में पंजाबी शब्द ਆਪਣਿਆਂ के लिए सही हिंदी शब्द चुनो। ਆਪਣਿਆਂ ਨੂੰ हिंदी की कहते हैं अपनो, अपने तो अपने होते हैं, है ना। प्रश्न नंबर 19. वाक्यों में से रेखांकित पद का कारक बताओ। तो तुसी बेटा कारक पढ़े है, तो कारक ਦੀਆਂ ਕਿਸਮਾਂ ਦੱਸਣੀਆਂ ਹੈਗੀਆਂ। आज हम सभी मेट्रो रेल के द्वारा जाएंगे, सो आपादान कारक बेटा जी है। प्रश्न नंबर 20. बुद्धि शब्द में निम्नलिखित में से कौन सा संयुक्त व्यंजन? देखो ध और ध दोनों व्यंजन जड़े है संयुक्त व्यंजन के तौर पर यूज़ किए गए हैं। आगे अपनी माँ बोली पंजाबी बेटा। प्रश्न 21 ਤੁਹਾਡੇ ਲਈ, ਠੀਕ ਹੈ। ਪ੍ਰਸ਼ਨ ਹੈ ਬੀਦ ਦੇ ਇਲਾਕੇ ਵਿੱਚ ਕਿਹੜਾ ਮੇਲਾ ਲੱਗਦਾ ਹੈ? ਤੁਸੀਂ ਦੱਸਣਾ ਮੇਲਿਆਂ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ, ਤੁਸੀਂ ਲੈਸਨ ਵੀ ਪੜ੍ਹਿਆ ਹੈਗਾ, ਠੀਕ ਹੈ। ਤਾਂ ਬੀਦ ਦੇ ਇਲਾਕੇ ਵਿੱਚ ਇਹਨਾਂ ਵਿੱਚੋਂ ਕਿਹੜਾ ਮੇਲਾ ਲੱਗਦਾ ਹੈ? ਤੁਸੀਂ ਕਮੈਂਟ ਬਾਕਸ ਮੈਨੂੰ ਉਹਦਾ ਆਨਸਰ ਦੱਸਿਓ। ਪ੍ਰਸ਼ਨ ਨੰਬਰ 22. ਆਦਰ ਸ਼ਬਦ ਤੋਂ ਕੀ ਭਾਵ ਹੈ? ਆਦਰ, ਸਤਿਕਾਰ ਕਰਨਾ, ਠੀਕ ਹੈ। ਅਸੀਂ ਕੱਲ੍ਹ ਪਟਿਆਲੇ ਗਏ ਵਾਕ ਵਿੱਚੋਂ ਕਿਰਿਆ ਸ਼ਬਦ ਚੁਣੋ। ਅਸੀਂ ਕੱਲ੍ਹ ਪਟਿਆਲੇ ਗਏ, ਕਿਰਿਆ ਕੀ ਹੁੰਦੀ ਹੈ? ਕੰਮ ਦਾ ਹੋਣਾ ਜਾਂ ਕਰਨਾ, ਪਤਾ ਲੱਗੇ, ਐਕਸ਼ਨ ਵਰਡ। ਤਾਂ ਇੱਥੇ ਕੀ ਹੈ? ਜਾਣਾ, ਯਾਨੀ ਕਿ ਗਏ। ਗਏ ਸ਼ਬਦ ਕੀ ਹੈ? ਕਿਰਿਆ ਸ਼ਬਦ ਹੈਗਾ ਆਪਣੇ ਕੋਲੇ। ਸਾਡੀ ਧਰਤੀ ਦਾ ਆਕਾਰ ਕਿਹੋ ਜਿਹਾ ਹੈ ਬਈ? ਤਾਂ ਧਰਤੀ ਤੁਸੀਂ ਸਾਇੰਸ ਵਿੱਚ ਪੜ੍ਹਦੇ ਹੋ ਕਿ ਆਪਣੀ ਕੀ ਹੈ? ਗੋਲਾਕਾਰ ਨਹੀਂ ਹੈ, ਅੰਡਾਕਾਰ ਹੈ, ਠੀਕ ਹੈ। ਨਾਮ ਜਾਂ ਪੜਨਾਮ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ? ਜਿਹੜਾ ਸ਼ਬਦ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਨੂੰ, ਗੁਣ ਨੂੰ ਦੱਸੇ, ਉਸ ਨੂੰ ਕੀ ਕਹਿੰਦੇ ਹਨ? ਵਿਸ਼ੇਸ਼ਣ। ਹਾਂਜੀ। ਪ੍ਰਸ਼ਨ ਨੰਬਰ 26 ਆ ਜੋ ਵੀ ਐਸਐਸ ਤੇ ਸਮਾਜਿਕ ਸਿੱਖਿਆ ਤੇ, ਠੀਕ ਹੈ। ਪਹਿਲਾ ਪ੍ਰਸ਼ਨ, ਸਮਾਜਿਕ ਸਿੱਖਿਆ ਦੇ ਪ੍ਰਸ਼ਨ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਪੁੱਛੇ ਜਾਂਦੇ ਹੈਗੇ ਆ, ਪ੍ਰੈਕਟੀਕਲ ਵੇ ਨਾਲ, ਠੀਕ ਹੈ, ਰੱਟਾਫਿਕੇਸ਼ਨ ਨਹੀਂ। ਇੰਗਲੈਂਡ ਦੇ ਵਪਾਰੀਆਂ ਦੇ ਇੱਕ ਨਾਮੀ ਗਰੁੱਪ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈਸਵੀ ਨੂੰ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਤੁਸੀਂ ਸਾਰਿਆਂ ਨੇ ਪੜ੍ਹਿਆ। ਮਹਾਰਾਣੀ ਐਲਿਜ਼ਾਬੈਥ ਪਹਿਲੀ ਤੋਂ ਭਾਰਤ ਨਾਲ ਵਪਾਰ ਦਾ 15 ਸਾਲ ਦਾ ਏਕਾਧਿਕਾਰ ਇਸ ਨੇ ਪ੍ਰਾਪਤ ਕਰ ਲਿਆ। ਤਾਂ ਉਸ ਨਾਮੀ ਗਰੁੱਪ ਦਾ ਨਾਮ ਕੀ ਸੀ ਜਿਸ ਨੇ ਇਹ ਅਧਿਕਾਰ ਪ੍ਰਾਪਤ ਕੀਤਾ ਸੀਗਾ? ਤਾਂ ਉਹ ਇਹਨਾਂ ਵਿੱਚੋਂ ਕਿਹੜਾ ਗਰੁੱਪ ਸੀਗਾ? ਬਰਬਰੀ ਗਰੁੱਪ ਸੀਗਾ, ਜਾਂ ਮਰਚੈਂਟ ਐਡਵੈਂਚਰਸ ਗਰੁੱਪ ਸੀਗਾ, ਡੱਚ ਗਰੁੱਪ ਸੀਗਾ, ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੈਟ ਵਾਜ਼ ਮਰਚੈਂਟ ਐਡਵੈਂਚਰਸ ਗਰੁੱਪ ਸੀਗਾ ਬੇਟਾ ਆਪਣੇ ਕੋਲ, ਠੀਕ ਹੈ। ਉਹ ਪ੍ਰਸ਼ਨ ਨੰਬਰ 27.
ਉਸ ਤੋਂ ਪਹਿਲਾਂ ਬੇਟਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਬੱਚੇ ਨਵੇਂ ਨੇ, ਫਟਾਫਟ ਚੈਨਲ ਸਬਸਕ੍ਰਾਈਬ ਕਰ ਲਓ, ਰੈੱਡ ਵਾਲਾ ਬਟਨ ਦਬਾ ਦਿਓ, ਉਹਦੇ ਨਾਲ ਹੀ ਜਿਹੜਾ ਘੰਟੀ ਵਾਲਾ ਬਟਨ ਵੀ ਦਬਾ ਲਓ, ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਲਿੰਕ ਜਲਦੀ ਤੋਂ ਜਲਦੀ ਤੁਹਾਡੇ ਘਰ ਤੱਕ ਪਹੁੰਚ ਜਾਏ। ਠੀਕ ਹੈ, ਸੋ ਵਧੀਆ ਲੱਗੀ ਵੀਡੀਓ ਨੂੰ ਲਾਈਕ ਵੀ ਕਰ ਲਓ ਫਟਾਫਟ ਪੁੱਤਰ ਜੀ, ਔਰ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰ ਦਿਆ ਕਰੋ। ਠੀਕ ਹੈ, ਸੋ ਪ੍ਰਸ਼ਨ ਹੈ 18ਵੀਂ ਸਦੀ ਵਿੱਚ ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਹੋਇਆ। ਆਧੁਨਿਕ ਕਾਲ ਮਾਡਰਨ ਏਜ ਦਾ, ਠੀਕ ਹੈ, ਸਟਾਰਟਿੰਗ ਹੋਈ। ਉਸ ਸਮੇਂ ਦੌਰਾਨ ਬਹੁਤ ਸਾਰੀਆਂ ਪੁਰਾਣੀਆਂ ਸ਼ਕਤੀਆਂ ਕਮਜ਼ੋਰ ਹੋਣ ਲੱਗ ਪਈਆਂ ਸੀ ਅਤੇ ਉਹਨਾਂ ਦੀ ਥਾਂ 'ਤੇ ਬਹੁਤ ਸਾਰੀਆਂ ਨਵੀਆਂ ਸ਼ਕਤੀਆਂ ਦਾ ਉਭਾਰ ਹੋਇਆ। ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਕਿਹੜੀਆਂ ਨਵੀਆਂ ਸ਼ਕਤੀਆਂ ਸਨ? ਤਾਂ ਇਹਨਾਂ ਵਿੱਚੋਂ ਮਰਾਠੇ ਸੀ, ਉਹ ਸਿੱਖ ਅਤੇ ਰੋਹੇਲੇ ਸੀਗੇ, ਪਠਾਨ ਸੀਗੇ, ਜਾਂ ਫਿਰ ਇਹ ਤਿੰਨੋਂ ਹੀ ਸੀਗੇ? ਤਾਂ ਇਹ ਤਿੰਨੋਂ ਹੀ ਸੀ ਬੇਟਾ। ਤਾਂ ਆਪਸ਼ਨ ਆ ਜਾਏਗਾ ਆਪਣੇ ਕੋਲੇ ਫੋਰਥ, ਉਪਰੋਕਤ ਸਾਰੀਆਂ, ਆਲ ਆਫ ਦੀ ਅਬਾਓ। ਪ੍ਰਸ਼ਨ ਨੰਬਰ 28, ਭਾਰਤ ਦੇ ਵਾਇਸਰਾਏ ਲਾਰਡ ਰਿਪਨ ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ, ਜਿਸ ਨੇ ਇਹ ਸਿਫਾਰਿਸ਼ ਕੀਤੀ ਕਿ ਸਿਵਲ ਸਰਵਿਸਿਜ਼ ਨੂੰ 3 ਭਾਗਾਂ ਵਿੱਚ ਵੰਡਿਆ ਜਾਵੇ। ਠੀਕ ਹੈ, ਤੁਸੀਂ ਇਹ ਦੱਸੋ ਕਿ ਇਸ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? ਤਾਂ ਇਸ ਕਮਿਸ਼ਨ ਦੀ ਸਥਾਪਨਾ ਬੇਟਾ ਕਦੋਂ ਕੀਤੀ ਗਈ ਸੀਗੀ? 1886 ਈਸਵੀ ਦੇ ਵਿੱਚ ਕੀਤੀ ਗਈ ਸੀ ਲਾਰਡ ਰਿਪਨ ਦੁਆਰਾ। ਠੀਕ ਹੈ, ਆਖਰੀ ਪ੍ਰਸ਼ਨ, ਪ੍ਰਸ਼ਨ ਨੰਬਰ 29, ਤੁਸੀਂ ਪਾਠ ਬਸਤੀਵਾਦ ਅਤੇ ਕਬਾਇਲੀ ਸਮਾਜ ਵਿੱਚ ਪੜ੍ਹ ਚੁੱਕੇ ਹੋ ਕਿ ਆਦੀਵਾਸੀ ਲੋਕਾਂ ਵਿੱਚ ਜ਼ਿਆਦਾਤਰ ਲੋਕ ਗੋਂਡ, ਭੀਲ, ਸੰਥਾਲ ਅਤੇ ਮਿਜ਼ੋ ਆਦਿ ਕਬੀਲਿਆਂ ਨਾਲ ਸੰਬੰਧ ਰੱਖਦੇ ਹਨ। ਤਾਂ ਸਭ ਤੋਂ ਜ਼ਿਆਦਾ ਕਿਸ ਕਬੀਲੇ ਦੇ ਲੋਕ ਸੀਗੇ? ਉਹ ਸੀਗੇ ਗੋਂਡ ਕਬੀਲੇ ਦੇ ਲੋਕ ਸੀ ਬੇਟਾ ਆਪਣੇ ਕੋਲ। ਪ੍ਰਸ਼ਨ ਨੰਬਰ 30 ਸੀਗਾ, ਤੁਸੀਂ ਜਾਣਦੇ ਹੋਵੋਗੇ ਕਿ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ, ਵੈਰੀ ਇੰਪੋਰਟੈਂਟ ਪ੍ਰਸ਼ਨ ਬੇਟਾ ਜੀ, ਮੌਲਿਕ ਅਧਿਕਾਰ ਕਿਸੇ ਹੋਰ ਦੇਸ਼ ਦੇ ਸੰਵਿਧਾਨ ਦੀ ਤਰਜ਼ ਦੇ ਆਧਾਰ 'ਤੇ ਸ਼ਾਮਲ ਕੀਤੇ ਗਏ ਜੋ ਭਾਰਤੀ ਸੰਵਿਧਾਨ ਵਿੱਚ ਅਨੁਛੇਦ ਆਰਟੀਕਲ 14 ਤੋਂ 32 ਤੱਕ ਦਰਜ ਹਨ। ਮੌਲਿਕ ਅਧਿਕਾਰ 14 ਤੋਂ ਲੈ ਕੇ 32 ਆਰਟੀਕਲ ਤੱਕ ਦਰਜ ਹਨ। ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਹੜੇ ਦੇਸ਼ ਦੀ ਤਰਜ਼ 'ਤੇ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਕੀਤੇ ਗਏ? ਤਾਂ ਕਿਹੜੇ ਦੇਸ਼ ਤੋਂ ਇਹ ਲੈ ਕੇ ਹੈਗੇ ਆ? ਇਹ ਲੈ ਕੇ ਹੈਗੇ ਆਪਣੇ ਕੋਲ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ, ਸੰਯੁਕਤ ਰਾਜ ਅਮਰੀਕਾ ਤੋਂ ਇਹ ਕਾਪੀ ਕੀਤਾ ਗਿਆ ਹੈਗਾ ਆਪਣੇ ਸੰਵਿਧਾਨ ਦੇ ਵਿੱਚ। ਠੀਕ ਹੈ, ਸੋ ਵੈਰੀ ਇੰਪੋਰਟੈਂਟ ਪ੍ਰਸ਼ਨ ਸੀਗਾ ਪੁੱਤਰ। ਇਸ ਦੇ ਨਾਲ ਹੀ ਤੁਹਾਡੇ 30 ਦੇ 30 ਪ੍ਰਸ਼ਨ ਜਿਹੜੇ ਹੈਗੇ ਆ ਸੋਲਵ ਹੋ ਗਏ ਆ। ਤੁਸੀਂ ਆਪਣੇ ਆਪਣੇ ਮਾਰਕਸ ਜੋੜ ਕੇ, ਠੀਕ ਹੈ, ਜ਼ਰੂਰ ਦੱਸਿਓ ਔਰ ਸਿੱਖੋ ਜ਼ਰੂਰ। ਠੀਕ ਹੈ, ਤਾਂ ਕਿ ਜੋ ਕਮੀਆਂ ਪਿੱਛੇ ਰਹੀਆਂ ਉਹ ਕਮੀਆਂ ਦੁਬਾਰਾ ਨਾ ਹੋਣ। ਠੀਕ ਹੈ, ਰੱਟੇ ਨਹੀਂ ਮਾਰਨੇ, ਦਿਮਾਗ ਦੇ ਵਿੱਚ ਕਨਸੈਪਟ ਬਿਠਾਉਣ ਦੀ ਕੋਸ਼ਿਸ਼ ਕਰੋ ਪੁੱਤਰ ਜੀ। ਠੀਕ ਹੈ, ਤਾਂ ਕਿ ਤੁਸੀਂ ਵਧੀਆ ਸਿੱਖ ਸਕੋ। ਸੋ ਹੋਪ ਫॉर ਦੀ ਬੈਸਟ। ਤੁਸੀਂ ਵਧੀਆ ਕਰਨਾ ਹੈਗਾ, ਵਧੀਆ ਕੀਤਾ ਅੱਗੇ ਵੀ, ਔਰ ਵਧੀਆ ਕਰੋਗੇ। ਠੀਕ ਹੈ, ਕੁਛ ਵੀ ਜਿਹੜਾ ਹੈਗਾ ਇੰਪੋਸੀਬਲ ਨਹੀਂ ਹੁੰਦਾ। ਸੋ ਡਟੇ ਰਹੋ ਪੁੱਤਰ ਜੀ। ਠੀਕ ਹੈ, ਸੋ ਬੈਸਟ ਆਫ ਲੱਕ ਵਨਸ ਅਗੇਨ ਐਂਡ ਥੈਂਕਸ ਫॉर ਵਾਚਿੰਗ ਦ ਵੀਡੀਓ। ਮਿਲਦੇ ਨੈਕਸਟ ਵੀਡੀਓ, ਤਦ ਤੱਕ ਲਈ ਹੱਸਦੇ ਵਸਦੇ ਰਹੋ। ਬਾਏ ਬਾਏ।